गेम शो नमस्ते सत श्री अकाल आदाब के मोनाशन। पहले दोस्तों आप जी का निੱਘਾ स्वागत हैगा ਜਿਹੜਾ ਇਹ ਸ਼ੋਅ ਅਸੀਂ ਬੁੱਧਵਾਰ ਨੂੰ ਤੁਹਾਡੇ ਲੈ ਕੇ ਆਨੇ ਹੈਗੇ ਆ ਤੁਰੰਤ ਗੁਰਬਾਣੀ ਤੋਂ ਬਾਅਦ ਗੇਹੀ ਐਂਡ ਐਸੋਸੀਏਟਸ ਅਟਰਨੀਜ਼ ਐਟ ਲਾਅ। ਰੀਜ਼ਨ ਇਹ ਹੁੰਦਾ ਹੈਗਾ ਇਦਾਂ ਦੇ ਸ਼ੋਆਂ ਦਾ, ਸਾਡੀ ਇਹੀ ਕੋਸ਼ਿਸ਼ ਹੁੰਦੀ ਹੈਗੀ ਆ ਕਿ ਅਸੀਂ ਆਪਣੇ ਲਾਈਵ ਸ਼ੋਅ ਰਾਹੀਂ ਤੁਹਾਨੂੰ ਇਨਫੋਰਮੇਸ਼ਨ ਦੇ ਸਕੀਏ ਜਾਂ ਤੁਹਾਡੇ ਕੋਲ ਜਿਹੜੇ ਕੋਈ ਸਵਾਲ ਨੇ ਇਮੀਗ੍ਰੇਸ਼ਨ ਦੇ ਲਈ ਉਹਨਾਂ ਦੇ ਆਪਾਂ ਕੋਈ ਹੱਲ ਕੱਢ ਸਕੀਏ। ਸਾਡੇ ਪੰਜਾਬੀ ਜਦੋਂ ਇੱਥੇ ਆਉਂਦੇ ਹੈਗੇ ਆ ਇਮੀਗ੍ਰੇਸ਼ਨ ਵੱਲ ਕਈ ਵਾਰੀ ਧਿਆਨ ਨਹੀਂ ਮਾਰਦੇ, ਹੌਲੀ ਹੌਲੀ ਕਰਦੇ ਇਲੀਗਲ ਹੋ ਜਾਂਦੇ ਹੈਗੇ ਆ ਜਾਂ ਉਹਨਾਂ ਰਾਹਾਂ ਵਿੱਚ ਹੀ ਇੱਥੇ ਆ ਪਹੁੰਚਦੇ ਹੈਗੇ ਆ ਕਿ ਜਿਹਦੇ ਵਿੱਚ ਕੋਈ ਇਮੀਗ੍ਰੇਸ਼ਨ ਦਾ ਸਟੇਟਸ ਨਹੀਂ ਹੁੰਦਾ ਜਿਹੜਾ ਕਿ ਹੋਣਾ ਬਹੁਤ ਜ਼ਰੂਰੀ ਹੈਗਾ। ਜਾਂ ਫਿਰ ਕਈ ਵਾਰੀ ਇਹੋ ਜਿਹਾ ਕੰਮ ਹੁੰਦਾ ਹੈਗਾ ਕਿ ਅਸੀਂ ਕੁਝ ਉਹਨਾਂ ਲੋਕਾਂ ਦੇ ਕੋਲ ਪਹੁੰਚ ਜਾਂਦੇ ਹੈਗੇ ਆ ਜਿਹੜੇ ਪੈਸਾ ਬਟੋਰਨ ਦੀ ਖਾਤਰ ਤੁਹਾਨੂੰ ਇਹੋ ਜਿਹੀ ਇਨਫੋਰਮੇਸ਼ਨ ਦੇ ਦਿੰਦੇ ਹੈਗੇ ਆ ਕਿ ਅਸੀਂ ਤਾਂ ਬੜਾ ਖੁਸ਼ ਹੁੰਦੇ ਲੈ ਵੀ ਕੋਈ ਗੱਲ ਨਹੀਂ ਕਿ 6 ਮਹੀਨੇ ਸਾਲ ਦੇ ਵਿੱਚ ਸਾਡਾ ਇਮੀਗ੍ਰੇਸ਼ਨ ਸਟੇਟਸ ਸਹੀ ਹੋ ਜਾਏਗਾ, ਸਾਡਾ ਗ੍ਰੀਨ ਕਾਰਡ ਹੋ ਜਾਏਗਾ, ਮਗਰ ਉਹ ਹੁੰਦਾ ਨਹੀਂ। ਕਾਰਨ ਹੈ ਕਿ ਅਸੀਂ ਸ਼ਾਇਦ ਗਲਤੀ ਕਰ ਲੈਂਦੇ ਹੈਗੇ ਆ ਕਿਸੇ ਵਧੀਆ ਵਕੀਲ ਨੂੰ ਦੇਖਣ ਲਈ ਜਾਂ ਕਿਸੇ ਉਸ ਬੰਦੇ ਨੂੰ ਜਿਹਦੇ ਕੋਲੋਂ ਸਾਨੂੰ ਵਧੀਆ ਐਡਵਾਈਸ ਮਿਲ ਸਕੇ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਕਿੰਨਾ ਪੈਸਾ ਲੱਗ ਗਿਆ ਔਰ ਅਸੀਂ ਕਿੱਥੇ ਗਲਤੀ ਕਰ ਬੈਠੇ ਹੈਗੇ ਆ। ਇਹਨਾਂ ਕੰਮਾਂ ਦੇ ਲਈ ਜ਼ਰੂਰੀ ਹੈ ਕਿ ਕੋਈ ਸਹੀ ਐਡਵਾਈਸ ਕਰਨ ਵਾਲਾ ਸਾਨੂੰ ਮਿਲਣਾ ਚਾਹੀਦਾ ਹੈਗਾ, ਕੋਈ ਸਹੀ ਵਕੀਲ ਦੇ ਕੋਲ ਅਸੀਂ ਪਹੁੰਚੀਏ। ਮੈਂ ਇਹਦਾ ਇੱਕ ਥੋੜ੍ਹਾ ਜਿਹਾ ਇਸ ਗੱਲ ਨਾਲ ਕੰਪੈਰੀਜ਼ਨ ਕਰਨਾ ਚਾਹੂੰਗਾ ਕਿ ਜਿੱਦਾਂ ਮੰਨ ਲਓ ਕਿ ਇੱਕ ਕਿਸੇ ਬੱਚੇ ਨੂੰ ਵਧੀਆ ਪੜ੍ਹਾਈ ਦੇ ਲਈ ਇੱਕ ਵਧੀਆ ਸਕੂਲ ਦੀ ਜ਼ਰੂਰਤ ਹੈਗੀ ਆ ਜਾਂ ਉਸੇ ਬੱਚੇ ਨੂੰ ਹਾਈ ਲੈਵਲ ਦੀ ਇਨਫੋਰਮੇਸ਼ਨ ਦੇਣ ਲਈ ਜਾਂ ਹਾਈ ਲੈਵਲ 'ਤੇ ਲਿਜਾਣ ਦੇ ਲਈ ਇੱਕ ਵਧੀਆ ਮਾਂ-ਬਾਪ ਆਪਣੀ ਪਰਵਰਿਸ਼ ਉਸ ਬੱਚੇ ਨੂੰ ਦਿੰਦੇ ਹੈਗੇ ਆ। ਉਸੇ ਤਰੀਕੇ ਨਾਲ ਜਿਹੜੇ ਸਾਡੇ ਕੋਈ ਵੀ ਇਮੀਗ੍ਰੇਸ਼ਨ ਦੇ ਕੰਮ ਹੈਗੇ ਆ, ਕੇਸ ਹੈਗੇ ਆ, ਉਹਦੇ ਲਈ ਵੀ ਸਾਨੂੰ ਕੋਈ ਚੰਗੇ ਚੱਜ ਦੇ ਬੰਦੇ ਦੀ ਐਡਵਾਈਸ ਜਾਂ ਉਹਨਾਂ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈਗੀ ਆ। ਉਹਨਾਂ ਦੇ ਕੋਲ ਹੀ ਆਪਣੇ ਕੇਸ ਲੈ ਕੇ ਜਾਣੇ ਚਾਹੀਦੇ ਹੈਗੇ ਆ। ਕਈ ਬੰਦੇ 30 ਸਾਲ ਤੋਂ ਇੱਥੇ ਹੈਗੇ ਨੇ ਪਰ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਉੱਥੇ ਦਾ ਉੱਥੇ ਹੀ ਖਲੋਤਾ ਹੈਗਾ ਕਿਸੇ ਦੀ ਗਲਤ ਸਲਾਹ ਕਰਕੇ। ਗੱਲ ਕੋਈ ਛੋਟੀ ਜਿਹੀ ਸੀਗੀ ਮਗਰ ਉਹਨੂੰ ਕਿਸੇ ਨੇ ਦੱਸਣ ਵੇਲੇ ਉਸ ਗੱਲ ਨੂੰ ਇਸ ਤਰੀਕੇ ਨਾਲ ਸਾਹਮਣੇ ਪੇਸ਼ ਕੀਤਾ ਕਿ ਉਹ ਕੇਸ ਲਮਕਦਾ ਪੋਜੀਸ਼ਨ ਇਹ ਹੋ ਗਈ ਕਿ ਬੰਦਾ ਜਵਾਨੀ ਤੋਂ ਬੁਢਾਪੇ ਵੱਲ ਨੂੰ ਜਾ ਪਹੁੰਚਿਆ ਪਰ ਉਹਦਾ ਕੇਸ ਹੱਲ ਨਹੀਂ ਹੋਇਆ, ਨਾ ਆਪਣੇ ਮਾਂ-ਬਾਪ ਨੂੰ ਮਿਲ ਸਕਿਆ, ਨਾ ਮੰਨ ਲਓ ਨਿਆਣਿਆਂ ਨੂੰ ਮਿਲ ਸਕਿਆ ਔਰ ਆਪ ਇੱਥੇ ਬੈਠਾ ਹੈ। ਪਰਿਵਾਰ ਜਿਹੜੇ ਹੈਗੇ ਆ ਉਹ ਇੰਡੀਆ ਦੇ ਵਿੱਚ ਬੈਠੇ ਹੈਗੇ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਕਈ ਵਾਰੀ ਕਈ ਬੰਦੇ ਇਹ ਕਰਦੇ ਆ ਕਿ ਚਲੋ ਇੰਡੀਆ ਤੋਂ ਇੱਥੇ ਆ ਗਏ ਜਾਂ ਪਾਕਿਸਤਾਨ ਤੋਂ ਇੱਥੇ ਆ ਗਏ, ਬੰਗਲਾਦੇਸ਼ ਤੋਂ ਇੱਥੇ ਆ ਗਏ, ਕੇਸ ਅਪਲਾਈ ਕਰਨ ਦੇ ਲਈ ਆਪਣਾ ਨਾਮ ਬਦਲ ਲਿਆ, ਸਰਟੀਫਿਕੇਟ 'ਤੇ ਨਾਮ ਚੇਂਜ ਕਰ ਦਿੱਤਾ, ਕੇਸ ਅਪਲਾਈ ਕਰ ਦਿੱਤਾ। ਉਹ ਭਲੇ ਲੋਕੋ ਹੋ ਸਕਦਾ ਕਿ ਤੁਹਾਡੇ ਵਾਲਾ ਕੇਸ ਜਿਹੜਾ ਉੱਥੇ ਲੱਗ ਜਾਏ, ਮਗਰ ਅਗਰ ਪਹਿਲਾਂ ਤੁਸੀਂ ਕੇਸ ਕਿਤੇ ਅਪਲਾਈ ਕੀਤਾ ਸੀਗਾ ਉੱਥੇ ਜਿਹੜੇ ਸਾਡੇ ਫਿੰਗਰਪ੍ਰਿੰਟ ਹੋਏ ਹੁੰਦੇ ਹੈਗੇ ਆ, ਜਦੋਂ ਅਸੀਂ ਕੇਸ ਅਪਲਾਈ ਕਰਦੇ ਹਾਂ ਉਹ ਝੱਟ ਦੇ ਨਹੀਂ ਬਾਹਰ ਆ ਜਾਂਦੇ। ਉੱਥੇ ਫਿੰਗਰਪ੍ਰਿੰਟ ਤਾਂ ਨਹੀਂ ਬਦਲ ਸਕਦੇ ਔਰ ਅੱਜ ਕੱਲ੍ਹ ਦੀ ਕੰਪਿਊਟਰ ਦੀ ਟੈਕਨੋਲੋਜੀ ਤਾਂ ਇੰਨੀ ਐਡਵਾਂਸ ਹੋ ਗਈ ਹੈਗੀ ਆ ਕਿ ਸਾਹਮਣੇ ਪਿਕਚਰ ਫੇਸ ਦੇਖ ਕੇ ਹੀ ਤੁਹਾਡਾ ਡਾਟਾ ਸਾਰਾ ਬਾਹਰ ਨਿਕਲ ਕੇ ਆ ਜਾਂਦਾ ਹੈਗਾ। ਇਹੋ ਜਿਹੀਆਂ ਗਲਤੀਆਂ ਕਰ ਬੈਠਦੇ ਹੈਗੇ ਆ ਜਿਹਦੇ ਵਿੱਚ ਇਮੀਗ੍ਰੇਸ਼ਨ ਦਾ ਸਟੇਟਸ ਜਿਹੜਾ ਹੈਗਾ ਆ ਉਹ ਖਰਾਬ ਹੋ ਜਾਂਦਾ। ਮੈਂ ਕਹਿਣਾ ਇਹ ਚਾਹੁੰਦਾ ਹੈਗਾ ਕਿ ਜਦੋਂ ਤੁਸੀਂ ਆਪਣੇ ਕਿਸੇ ਵੀ ਵਕੀਲ ਨੂੰ ਮਿਲਦੇ ਹੈਗੇ ਆ ਉਹਦੇ ਕੋਲ ਆਪਣੇ ਦਿਲ ਦੀ ਗੱਲ ਜਾਂ ਆਪਣੇ ਅੰਦਰੂਨੀ ਗੱਲ ਜਾਂ ਜੋ ਤੁਸੀਂ ਕੀਤਾ ਹੈਗਾ ਪੂਰਾ ਸੱਚ ਦੱਸੋ ਉਹਨਾਂ ਨੂੰ। ਕਿਤੇ ਵੀ ਝੂਠ ਨਹੀਂ ਬੋਲਣਾ ਚਾਹੀਦਾ। ਜਿੱਦਾਂ ਕਹਿੰਦੇ ਇੱਕ ਪਰਸਨਲ ਡਾਕਟਰ ਹੈਗਾ, ਡਾਕਟਰ ਨੂੰ ਅਸੀਂ ਆਪਣੀ ਪਰਸਨਲ ਅੰਦਰਲੀ ਬਿਮਾਰੀ ਨਾ ਦੱਸੀਏ ਤੁਹਾਨੂੰ ਸਹੀ ਦਵਾ ਨਹੀਂ ਦੇ ਸਕਦਾ। ਕੋਈ ਵੀ ਜਿਹੜਾ ਵਕੀਲ ਹੈਗਾ ਆ ਜਦੋਂ ਤੱਕ ਤੁਸੀਂ ਉਹਨੂੰ ਸੱਚਾਈ ਨਹੀਂ ਦੱਸਦੇ ਕਿ ਤੁਸੀਂ ਕਿਸ ਤਰੀਕੇ ਨਾਲ ਇੱਥੇ ਆਏ ਸੀਗੇ, ਕਿਹੜਾ ਕੇਸ ਅਪਲਾਈ ਕੀਤਾ ਹੈਗਾ, ਤੁਹਾਡਾ ਓਰੀਜਨਲ ਨਾਮ ਕੀ ਹੈਗਾ ਜਾਂ ਕੋਈ ਇਹੋ ਜਿਹੀ ਕੋਈ ਗੱਲਬਾਤ ਤਾਂ ਨਹੀਂ ਹੋਈ ਹੈਗੀ, ਉਹ ਤੁਹਾਨੂੰ ਸਹੀ ਦਲੀਲ ਜਾਂ ਸਹੀ ਸਲਾਹ ਨਹੀਂ ਦੇ ਸਕਦਾ। ਸਭ ਤੋਂ ਪਹਿਲਾਂ ਤਾਂ ਮੈਂ ਦੱਸਦਾ ਕਿ ਸਾਡਾ ਇਹ ਜਿਹੜਾ ਸ਼ੋਅ ਹੈਗਾ ਲਾਈਵ ਹੈਗਾ ਆ, ਤੁਸੀਂ ਕਾਲ ਕਰ ਸਕਦੇ ਹੈਗੇ ਆ ਔਰ ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਜਿਹੜੇ ਸਾਡੇ ਨਾਲ ਟੀਮ ਜੁਆਇਨ ਕਰ ਰਹੀ ਹੈਗੀ ਆ ਗੇਹੀ ਐਂਡ ਐਸੋਸੀਏਟ ਤੋਂ ਉਹਨਾਂ ਨੂੰ ਆਪਾਂ ਦੱਸਾਂਗੇ, ਉਹਦਾ ਜਵਾਬ ਦੇਣਗੇ। ਤੇ ਆਓ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਡੇ ਨਾਲ ਜੁੜ ਰਹੇ ਹਨ ਉਭਾ
ਅਤੇ ਸ਼ੀਮਾ ਉਹਨਾਂ ਦਾ ਨਿੱਘਾ ਸਵਾਗਤ ਹੈਗਾ। ਸਤਿ ਸ਼੍ਰੀ ਅਕਾਲ उर्वा जी और शीमा जी। सत श्री अकाल, आदाब सबको। आपको भी आदाब। और क्या हाल चाल है शीमा जी, आप कैसे चल रहा है आपके तरफ ऑफिस में? बहुत ठीक चल रहा है, थैंक यू। ओके, सो मैं बात कर रहा था कि कुछ लोग ਝੂਠ बोल के ਜਾਂ ਕੁਛ ਆਪਣਾ ਨਾਮ ਬਦਲ ਕੇ ਕੁਛ ਇਹੋ ਜਿਹੇ ਕੇਸ ਦੱਸ ਦਿੰਦੇ ਆ ਵਕੀਲ ਦੇ ਕੋਲ, ਤੁਹਾਡੇ ਕੋਲ ਪਹੁੰਚ ਕੇ ਵੀ ਹੋ ਸਕਦਾ ਤੁਹਾਡਾ ਵੀ ਇਹ ਐਕਸਪੀਰੀਅੰਸ ਹੋਊਗਾ ਕਿ ਤੁਹਾਨੂੰ ਵੀ ਸਹੀ ਕਈ ਚੀਜ਼ਾਂ ਦੱਸਦੇ ਨਹੀਂ ਹੈਗੇ, ਕੁਝ ਗੱਲਾਂ ਦਿਲ ਦੇ ਵਿੱਚ ਰੱਖ ਲੈਂਦੇ ਹੈਗੇ ਆ, ਦੱਸਦੇ ਕੁਛ ਹੋਰ ਹੈ ਮਗਰ ਹੋਇਆ ਕੁਛ ਹੋਰ ਹੁੰਦਾ। ਅਖੀਰ ਦੇ ਵਿੱਚ ਜਦੋਂ ਉਹ ਫਾਈਲ ਨੂੰ ਤੁਸੀਂ ਅੱਗੇ ਪ੍ਰੋਸੀਡ ਕਰਦੇ ਹੈਗੇ ਆ ਤਾਂ ਉਹ ਜਿਹੜੀ ਸੱਚਾਈ ਸਾਹਮਣੇ ਨਿਕਲ ਕੇ ਆ ਜਾਂਦੀ ਹੈਗੀ ਆ। ਕੋਈ ਤੁਹਾਡਾ ਜਿਹਾ ਇਹੋ ਜਿਹਾ ਐਕਸਪੀਰੀਅੰਸ ਹੋਇਆ ਤੁਹਾਡੇ ਨਾਲ ਵੀ? हाँ, मेरे साथ एक्सपीरियंस एक दफा कोर्ट में होया था। किसी ने बताया नहीं था कि वो जॉर्जिया में अरेस्ट होया था और हमारी इंडिविजुअल हियरिंग थी और फिर वो गवर्नमेंट की वकील ने कहा था ये तो इसके पास तो एक अरेस्ट है जॉर्जिया में, लेकिन हमारी फर्म ने हैंडल कर दिया प्रॉपरली और फिर उसको स्टिल उसने केस जीत गया। सो उर्वा जी, ਮੈਂ ਇਸ ਤੋਂ ਪਹਿਲਾਂ ਕਿ ਤੁਹਾਡੇ ਨਾਲ ਕੁਐਸਚਨ ਕਰਾਂ, ਮੈਂ ਸ਼ੀਮਾ ਜੀ ਨੇ ਜਿਹੜੀ ਗੱਲ ਕੀਤੀ ਸੀ ਕਿ ਜਦੋਂ ਉਹ ਕੋਰਟ ਵਿੱਚ ਗਏ ਸੀਗੇ ਤਾਂ ਉਹਨਾਂ ਦੇ ਸਾਹਮਣੇ ਇਹ ਚੀਜ਼ ਆ ਗਈ ਹੈਗੀ ਸੀਗੀ। ਸ਼ੀਮਾ ਜੀ, ਇਸ ਤੋਂ ਪਹਿਲਾਂ ਕਿ ਆਪਾਂ ਅੱਜ ਵੀਜ਼ਾ ਬੁਲੇਟਿਨ ਦੇ ਉੱਤੇ ਆਪਾਂ ਵੀਜ਼ੇ ਦੀਆਂ ਗੱਲਾਂ ਕਰਨੀਆਂ ਹੈਗੀਆਂ ਆ ਕਿ ਅਗਰ ਡੈਪੂਟੇਸ਼ਨ ਕਿੰਨੇ ਤਰ੍ਹਾਂ ਦੀ ਹੁੰਦੀ ਆ, ਕਿਸ ਤਰ੍ਹਾਂ ਦੀ ਡੈਪੂਟੇਸ਼ਨ ਲੱਗੀ ਹੁੰਦੀ ਹੈਗੀ ਲੋਕਾਂ ਤੇ? लोगों के ऊपर डेपोटेशन लगते, सब लोग जब आते हैं अमेरिका में लीगली वो उनको वो पकड़ लेते हैं लोग जो आइस ऑफिसर्स हैं और उनके ऊपर डेपोटेशन लग जाती है। सब लोग अमेरिका में नंबर ऑफ इयर्स के लिए होते हैं और कोई उनकी शिकायत कर दे और फिर उनके ऊपर डेपोटेशन लग जाती है। जब और सम डेपोटेशन लग जाती है जब असाइलम के लिए एप्लीकेशन फाइल की होती है और वो एप्लीकेशन असाइलम ऑफिस ने अप्रूव नहीं की, फिर कोर्ट में जाना होता है, फिर डेपोटेशन में आ जाते हैं। मैंने ये भी सुना है कि अगर किसी बंदे के पास ग्रीन कार्ड है, ਉਹਦੇ ਕੋਲ ग्रीन कार्ड हैगा ਆ मगर ਉਹਨੂੰ ਕਿਸੇ ਕ੍ਰਾਈਮ ਦੇ ਵਜ੍ਹਾ ਕਰਕੇ ਜਾਂ ਕਿਸੇ ਵਜ੍ਹਾ ਕਰਕੇ 365 ਦਿਨ ਜੇਲ੍ਹ ਦੇ ਵਿੱਚ ਰਹਿਣਾ ਪੈਂਦਾ ਹੈਗਾ ਤਾਂ ਉਹਦਾ ਗ੍ਰੀਨ ਕਾਰਡ ਵਾਪਸ ਹੋ ਜਾਂਦਾ ਹੈਗਾ, ਗ੍ਰੀਨ ਕਾਰਡ ਕੈਂਸਲ ਕਰ ਦਿੱਤਾ ਜਾਂਦਾ ਹੈਗਾ। वो कोर्ट में डालते हैं, वो प्रोसीडिंग्स में डेपोटेशन में डाल देते हैं, फिर लॉयर लेना होता है, फिर आपको डिफेंस चाहिए होता है, ऑटोमेटिकली वो ले लेते हैं। तो आपको अपॉर्चुनिटी देंगे। अच्छा, वो अपॉर्चुनिटी देंगे उसको कि अगर किसी को 365 दिन जेल में कट रहे हैं कि ग्रीन कार्ड वापस ले लिया जाएगा या कैसे चलेगा उसका। ਇਸ ਦੇ ਨਾਲ ਦਾ ਹੀ ਇੱਕ ਸਵਾਲ ਉਰਵਾ ਜੀ ਮੈਂ ਤੁਹਾਨੂੰ ਕਰਨਾ ਚਾਹਾਂਗਾ। ਉਰਵਾ ਅਹਿਮਦ ਔਰ ਸ਼ੀਮਾ ਚੌਧਰੀ, क्या खूबसूरत नाम ने ਤੁਹਾਡੇ ਦੋਨਾਂ ਦੇ। ਉਰਵਾ, ਅਗਰ ਕੋਈ ਬੰਦਾ ਗ੍ਰੀਨ ਕਾਰਡ ਹੈਗਾ ਆ ਜਾਂ ਉਹ ਸਿਟੀਜ਼ਨ ਬਣ ਗਿਆ ਹੈਗਾ ਆ तो ਉਹ ਆਪਣੇ ਸਪਾਊਸ ਲਈ ਜਾਂ ਮੰਨ ਲਓ ਜਿਸ ਬੰਦੇ ਦੇ ਬੱਚੇ ਹੈਗੇ ਆ, ਕਿੰਨੀ ਉਮਰ ਦੇ ਬੱਚਿਆਂ ਲਈ ग्रीन कार्ड वाला अप्लाई कर सकता हैगा और किन्नी उम्र के बच्चों के लिए ਜਾਂ ਜੇ अगर बच्चे ब्याह हैगे ਜਿਹੜਾ सिटीजन हैगा वो अप्लाई कर सकता हैगा? सॉरी, तो मैंने ये सुना, आपने क्या बोला कि अगर वो अपने स्पाउस को स्पॉन्सर कर रहे हैं और उनके बच्चे नहीं, अगर मान लो कि मैं हूँ, मुझे ग्रीन कार्ड मिला हुआ है जी और मैंने अपने बच्चों को अप्लाई करना है तो कौन सी उम्र तक मैं उनको अप्लाई कर सकता हूँ? आई थिंक ये शीमा हमारी मास्टर है इसमें, तो वो शायद बता दें। वो बेसिकली अगर आप यूएस सिटीजन हैं, बीवी का एज मैटर नहीं करता, वो तो बीवी को तो आप एनी टाइम अप्लाई कर सकते हैं, ऑल्सो ग्रीन कार्ड के लिए, लेकिन अगर बच्चों के लिए वो अंडर 21 होंगे टू बी इमीडिएट रिलेटिव्स, लेकिन आप एनी एज के भी अप्लाई कर सकते हैं, पर उनका मोर टाइम लगेगा। चाहे वो बच्चे शादीशुदा हैं, आगे उनके बच्चे हैं, अगर सिटीजन हैं तो हम उनके लिए अप्लाई कर सकते हैं। अगर ग्रीन कार्ड है तो हम सिर्फ अंडर एज जो आते हैं, आपने जो बताया है अभी, तो उनके लिए अप्लाई कर सकते हैं। मगर अगर शादीशुदा बच्चे हैं, जब बड़े बच्चे हैं तो सिटीजन बनने के बाद कर सकते हैं। सो इसका मतलब ये हुआ कि सिटीजन होना बहुत ज़रूरी है। अगर आपके पास ग्रीन कार्ड है तो आप सिटीजन होएं, और सिटीजन होने के लिए
आप गेही एंड एसोसिएट्स पे फ़ोन कर सकते हैं, वहाँ उनको बता सकते हैं कि कितनी देर से आपके पास ग्रीन कार्ड है और आप सिटीजनशिप के लिए अप्लाई कर सकते हैं। लास्ट टाइम भी हमारे पास ऐसे कुछ क्वेश्चन आए ਸੀਗੇ ਕਿ ਇੰਨੀ ਗੱਲ ਅਸੀਂ ਕੀਤੀ ਸੀਗੀ ਕਿ ਅਗਰ ਬੰਦਾ ਸਿਟੀਜ਼ਨ ਹੈਗਾ ਆ ਤਾਂ ਉਹ ਬੱਚਿਆਂ ਨੂੰ ਅਪਲਾਈ ਕਰੇਗਾ ਔਰ ਸਿਟੀਜ਼ਨ ਦੇ ਲਈ ਗੇਹੀ ਐਂਡ ਐਸੋਸੀਏਟਸ ਦੇ ਉੱਤੋਂ ਅਗਰ ਤੁਹਾਨੂੰ ਕੋਈ ਲੈਂਗੁਏਜ ਦੀ ਪ੍ਰੋਬਲਮ ਹੈਗੀ ਆ, ਤੁਸੀਂ ਇੰਗਲਿਸ਼ ਨਹੀਂ ਬੋਲ ਸਕਦੇ ਹੈਗੇ ਆ, ਤੇ ਇਹ ਤੁਹਾਡੇ ਨਾਲ ਉੱਥੇ ਤੱਕ ਅੰਦਰ ਤੱਕ ਵਕੀਲ ਨੂੰ ਵੀ ਭੇਜਦੇ ਹੈਗੇ ਆ ਔਰ ਪੂਰੀ ਉਹਦੀ ਟੇਕ ਕੇਅਰ ਕਰਦੇ ਹੈਗੇ ਆ। राइट शीमा जी? जी ओके, तो अब सिलसिला हम शुरू करते हैं। कुछ डिफरेंट काइंड ऑफ ਵੀਜ਼ਿਆਂ ਦੇ ਉੱਤੇ ਗੱਲ ਹੋ ਰਹੀ ਹੈਗੀ ਆ। ਮੇਰੇ ਪਾਸ ਇੱਕ ਈਮੇਲ ਹੈਗੀ ਆ, ਉਹਦੇ 'ਚ ਮੈਨੂੰ ਕੁਐਸਚਨ ਆਇਆ ਹੈਗਾ, ਹੂ ਕੈਨ ਅਪਲਾਈ ਫਾਰ ਏ ਟੂਰਿਸਟ ਵੀਜ਼ਾ, ਟੂਰਿਸਟ ਫਾਰ ਵੇਰੀਅਸ ਰੀਜ਼ਨ ਔਰ ਬਿਜ਼ਨਸ ट्रैवलर्स टू कंसल्ट विद बिजनेस एसोसिएशंस। तो वैसे तो कोई भी अप्लाई कर सकता है टूरिस्ट वीज़ा के लिए। डिफरेंट टाइप्स ऑफ टूरिस्ट वीज़ा होते हैं, लाइक कभी आप यहाँ पे आ रहे हो फॉर वेकेशन के लिए या कोई मेडिकल ट्रीटमेंट के लिए या कोई शादी के लिए, तो इसका ये वीज़ा का नाम है B2 वीज़ा। और फिर B1 का वीज़ा है अगर आप कोई बिजनेस रीज़न के लिए आ रहे हो, जो काफ़ी लोग आते हैं यहाँ के लिए अगर उनके पास बैक होम कोई बिजनेस है और वो यहाँ पे भी शुरू करना चाहते हैं, या उनका कोई पार्टनर्स हैं यहाँ पे और यहाँ पे इस वजह से आना चाहते हैं, तो इसका नाम है B1 वीज़ा। तो ये दोनों वीज़ाज आर अवेलेबल और हम ऑलमोस्ट एवरी डे ये अप्लाई करते हैं हमारे क्लाइंट्स के लिए। ओके, अभी हमारे साथ एक कॉलर जुड़ चुके हैं, उनसे पूछते हैं क्या बात है। हेलो हेलो, हाँ जी, नमस्कार सर। नमस्कार जी, सत श्री अकाल जी, ਤੁਹਾਡਾ ਨਿੱਘਾ ਸਵਾਗਤ ਹੈਗਾ ਆ ਜਸਟ ਟੀਵੀ ਦੇ ਉੱਤੇ ਲਾਈਵ ਸ਼ੋਅ ਚੱਲ ਰਿਹਾ ਹੈਗਾ ਗੇਹੀ ਐਂਡ ਐਸੋਸੀਏਟਸ ਤੋਂ। ਤੁਹਾਡਾ ਕੀ ਸਵਾਲ ਹੈਗਾ? ਮੇਰਾ ਸਵਾਲ ਇਹ ਹੈ ਸਰ ਜੀ, ਮੈਂ ਪ੍ਰੋਗਰਾਮ ਦੇਖਿਆ ਸੀ ਤੇ ਮੈਨੂੰ ਕਾਫੀ ਵਧੀਆ ਲੱਗੀ ਤੁਹਾਡੀ ਸਾਰੀ ਇਨਫੋਰਮੇਸ਼ਨ। ਐਕਚੁਅਲੀ ਮੈਂ ਆਪਣਾ ਬੱਚਿਆਂ ਦੇ ਨਾਲ ਹੁਣ ਕੇਸ ਬੱਚਿਆਂ ਦਾ ਵੀ ਅਪਲਾਈ ਕਰਨਾ ਚਾਹੁੰਦਾ ਸੀਗਾ। ਮੇਰਾ ਕੇਸ ਅਪਲਾਈ ਹੋਇਆ ਪਿਆ ਜੀ, ਮੇਰੇ ਬੱਚੇ ਇੰਡੀਆ, ਤੇ ਉਹਨਾਂ ਦੇ ਲਈ ਕਿਸ ਤਰੀਕੇ ਨਾਲ ਮੈਂ ਉਹਨਾਂ ਦੇ ਅੱਗੇ ਅਪਲਾਈ ਕਰਨ ਲਈ ਮੈਨੂੰ ਕੀ ਫਾਰਮੈਲਿਟੀਜ਼ ਕਰਨੀਆਂ ਪੈਣਗੀਆਂ, ਉਹਦੇ ਬਾਰੇ ਜਾਣਕਾਰੀ ਚਾਹੁੰਦਾ ਸੀ। ਪਹਿਲਾਂ ਤਾਂ ਆਪਣਾ ਨਾਮ ਦੱਸਿਓ, ਤੁਸੀਂ ਕਿੱਥੋਂ ਕਾਲ ਕਰ ਰਹੇ ਹੈਗੇ ਆ? ਮੇਰਾ ਨਾਮ ਜੀ ਗੁਰਬਖਸ਼ ਸਿੰਘ ਹੈ ਜੀ, ਮੈਂ ਫਿਲਾਡੈਲਫੀਆ ਤੋਂ ਬੋਲ ਰਿਹਾ। ਗੁਰਬਖਸ਼ ਜੀ, ਇੱਕ ਤਾਂ ਪਹਿਲਾਂ ਇਹ ਦੱਸੋ ਕਿ ਤੁਸੀਂ ਇਹ ਤਾਂ ਕਹਿ ਦਿੱਤਾ ਹੈਗਾ ਕਿ ਬੱਚਿਆਂ ਲਈ ਅਪਲਾਈ ਕਰਨਾ, ਤੁਸੀਂ ਆਪਣਾ ਕੇਸ ਅਪਲਾਈ ਕੀਤਾ, ਤੁਸੀਂ ਕਿਹੜਾ ਕੇਸ ਅਪਲਾਈ ਕੀਤਾ ਹੈਗਾ ਆਪਣੇ ਲਈ? ਮੈਂ ਜੀ ਅਸਾਈਲਮ ਕੇਸ ਅਪਲਾਈ ਕੀਤਾ जी अपना। ओके, शीमा चौधरी, आपने उनका क्वेश्चन सुना, आप क्या आंसर देना चाहेंगी इनको? इन्होंने अपना असाइलम का केस अप्लाई किया हुआ है और उसी में अपने ये बच्चों को अप्लाई करना चाहते हैं। अच्छा, जब असाइलम एप्लीकेशन फाइल की थी आपने बच्चों को और बीवी को इंक्लूड किया था एप्लीकेशन में? मैडम आपकी आवाज नहीं आ रही जी। ओके, गुरबख्श जी, ਉਹ ਪੁੱਛ ਰਹੇ ਹੈਗੇ ਆ ਕਿ ਜਦੋਂ ਤੁਸੀਂ ਅਸਾਈਲਮ ਦਾ ਕੇਸ ਅਪਲਾਈ ਕੀਤਾ ਸੀਗਾ ਤਾਂ ਉਹਦੇ ਵਿੱਚ ਤੁਸੀਂ ਬੱਚਿਆਂ ਨੂੰ ਮੈਂਸ਼ਨ ਕੀਤਾ ਹੈਗਾ, ਬੱਚਿਆਂ ਦਾ ਅਪਲਾਈ ਨਾਮ ਲਿਖਿਆ ਹੈ ਨਾਲ ਉਹਦੇ 'ਚ? ਹਾਂਜੀ, ਮੈਂ ਉਹਦੇ ਵਿੱਚ ਕੀਤਾ ਹੋਇਆ ਜੀ ਮੈਂਸ਼ਨ ਆਪਣੇ ਬੱਚਿਆਂ ਦਾ, ਤੇ ਬਟ ਅਗਲੀ ਕੀ ਕਾਰਵਾਈ ਹੋਊਗੀ ਜੀ? ਅੱਗੇ ਮੈਨੂੰ ਕੀ ਕਰਨਾ ਪਊਗਾ? ਪਹਿਲਾਂ ਤਾਂ ਮੈਂ ਕਰ ਦਿੱਤਾ ਸੀ ਐਡ ਜੀ, ਪਰ ਉਸ ਤੋਂ ਨੈਕਸਟ ਸਟੈਪ ਕੀ ਕਰਨਾ ਪਊਗਾ ਜੀ ਮੈਨੂੰ? अच्छा, फिर जब आपको असाइलम मिल जाएगा फिर अपने बच्चे और बीवी के लिए I-730 एक फॉर्म होती है, वो फाइल करनी होती है, वो है प्रोसीजर। आवाज आ रही जी उनकी क्लियर। जिमी चेक कर सकते हैं, आवाज़ नहीं जा रही कॉलर ਨੂੰ। शीमा, आप दोबारा बोले, मैं उनको बता देता हूँ। शीमा जी, आप बताएं आपने। वो एक फॉर्म फिल करना होता है, उसका फॉर्म नाम है I-730। I-740 और 30? 30। ਓਕੇ, ਗੁਰਬਖਸ਼ ਜੀ, ਜਿੱਦਾਂ ਕਿ ਤੁਹਾਡਾ ਜਦੋਂ ਐਜ਼ ਸੂਨ ਐਜ਼ ਤੁਹਾਡਾ ਕੇਸ ਹੋ ਜਾਂਦਾ ਹੈਗਾ ਆ ਅਪਰੂਵ, ਤਾਂ ਬੱਚਿਆਂ ਲਈ ਤੁਹਾਨੂੰ ਇੱਕ ਫਾਰਮ ਜਿਹੜਾ ਹੈਗਾ ਆ ਅਪਲਾਈ ਕਰਨਾ ਪੈਂਦਾ ਹੈਗਾ ਆ I-730। ਬੈਟਰ ਇਹ ਹੈਗਾ ਆ ਕਿ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੈਗੇ ਆ ਕਿ ਜਿਹੜੇ ਨੰਬਰ ਲਿਖੇ ਤੁਸੀਂ ਦੇਖ ਰਹੇ ਹੈਗੇ ਆ
ਉਹਨਾਂ ਦੇ ਉੱਤੇ ਹਾਂਜੀ ਇਹਨਾਂ ਦੇ ਆਫਿਸ ਦੇ ਵਿੱਚ ਅਪਾਇੰਟਮੈਂਟ ਬਣਾਓ ਔਰ ਤੁਸੀਂ ਜਾ ਕੇ ਇਹਨਾਂ ਨਾਲ ਡਿਸਕਸ ਕਰ ਸਕਦੇ ਹੈਗੇ ਆ। ਔਰ ਜਿਸ ਤਰ੍ਹਾਂ ਕਿ ਨੰਬਰ ਹੈਗਾ ਆ, ਅਗਰ ਤੁਸੀਂ ਸ਼ੀਮਾ ਜੀ ਕੋਲ ਜਾਣਾ ਹੈਗਾ ਆ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਆਪਣੀ ਲਿਬਰਟੀ ਐਵਨਿਊ 104 ਸਟਰੀਟ ਦੇ ਉੱਤੇ ਇਹਨਾਂ ਦਾ ਆਫਿਸ ਹੈਗਾ ਆ। ਸ਼ੀਮਾ ਚੌਧਰੀ ਜੀ ਉੱਥੇ ਬੈਠਦੇ ਹੈਗੇ ਆ ਔਰ ਪਰਸਨਲ ਕੰਸਲਟੇਸ਼ਨ ਜਿਹੜੀ ਹੈਗੀ ਆ ਉਹ ਫ੍ਰੀ ਹੈਗੀ ਆ। ਔਰ ਇਹਨਾਂ ਦਾ ਨੰਬਰ ਹੈਗਾ 7185770711 ਜੇ ਤੁਸੀਂ ਉੱਥੇ ਜਾਣੇ ਹੈਗੇ ਆ। ਔਰ ਅਗਰ ਤੁਹਾਨੂੰ ਜੈਕਸਨ ਹਾਈਟ ਵਿੱਚ ਜਾਣ ਦਾ ਮੌਕਾ ਮਿਲਦਾ ਹੈਗੇ ਆ ਤਾਂ ਉੱਥੇ ਤੁਹਾਨੂੰ ਉਰਵਾ ਅਹਿਮਦ ਜੀ ਮਿਲਣਗੇ ਔਰ ਉੱਥੇ ਦਾ ਨੰਬਰ ਹੈਗਾ 7182635599। ਠੀਕ ਹੈ ਜੀ। ਐਨੀ ਹੋਰ ਕੋਈ ਹੋਰ ਕੁਐਸਚਨ? ਮੈਂ ਥੋੜਾ ਦੂਰ ਹਾਂ ਜੀ, ਮੈਂ ਕਾਲ ਤੇ ਹੀ ਉਹਨਾਂ ਨਾਲ ਇੱਕ ਵਾਰੀ ਕੰਟੈਕਟ ਕਰੂੰਗਾ ਜੀ, ਉਰਵਾ ਜੀ ਨਾਲ ਜਾਂ ਸੀਮਾ ਜੀ ਨਾਲ, ਤੇ ਮੈਂ ਉਹਨਾਂ ਨਾਲ ਫਿਰ ਥੋੜਾ ਜਿਹਾ ਡਿਟੇਲ ਦੇ ਵਿੱਚ ਗੱਲ ਪੁੱਛ ਲੂੰਗਾ ਉਹਨਾਂ ਨੂੰ। ठीक है जी। कोई बात नहीं। अगर आप आउट ऑफ स्टेट भी हैं, हम आउट ऑफ स्टेट केसेस हमेशा लेते हैं इमिग्रेशन के लिए। आप हम सब कुछ फोन के ऊपर कर सकते हैं। सो आप बस हमारा ये फोन नंबर लिखें एंड यू कैन गिव अस अ कॉल और हम आपको हेल्प कर लेंगे। गुरबख्श जी ਉਹਨਾਂ ਨੇ ਕਹਿ ਰਹੇ ਹੈਗੇ ਆ, ਉਰਵਾ ਜੀ ਨੇ ਹੁਣੇ ਇਨਫੋਰਮੇਸ਼ਨ ਦਿੱਤੀ ਹੈਗੀ ਆ ਕਿ ਕੋਈ ਪ੍ਰੋਬਲਮ ਨਹੀਂ ਕਿ ਅਗਰ ਤੁਸੀਂ ਦੂਰ ਹੈਗੇ ਹੋ ਤੁਸੀਂ ਕਾਲ ਕਰਕੇ ਤਾਂ ਤੁਸੀਂ ਆਪਣਾ ਅਪਾਇੰਟਮੈਂਟ ਬਣਾ ਲਓ। ਫ੍ਰੀ ਪਰਸਨਲ ਕੰਸਲਟੇਸ਼ਨ ਹੈਗੀ ਆ ਪਰ ਤੁਹਾਨੂੰ ਉਹਦੇ ਤੇ ਫੇਰ ਵੀ ਦੱਸ ਦੇਣਗੇ। ਨੰਬਰ ਤੁਸੀਂ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਤਾਂ ਤੁਹਾਨੂੰ ਫੋਨ ਦੇ ਉੱਤੇ ਹੀ ਗੱਲ ਕਰ ਲੈਣਗੇ। ਔਰ ਅਗਰ ਤੁਸੀਂ ਚਾਹੋਗੇ ਤੁਹਾਡੇ ਕੋਲ ਸਾਹਮਣੇ ਆਮਣੇ ਵੀ ਗੱਲ ਕਰਨੀ ਹੋਏਗੀ ਤਾਂ ਤੁਸੀਂ ਜ਼ੂਮ ਰਾਹੀਂ ਵੀ ਉਹਨਾਂ ਨਾਲ ਗੱਲ ਕਰ ਸਕਦੇ ਹੈਗੇ। ਠੀਕ ਹੈ ਜੀ। ਠੀਕ ਹੈ ਜੀ। ਬਹੁਤ ਸ਼ੁਕਰੀਆ ਸਰ ਜੀ। ਥੈਂਕ ਯੂ ਮੈਡਮ, ਬਹੁਤ ਸ਼ੁਕਰੀਆ ਜੀ ਸਾਰਿਆਂ ਦਾ। ਓਕੇ ਜੀ, ਥੈਂਕ ਯੂ ਜੀ। ਮੈਨੂੰ ਇੱਥੇ ਲੱਗਦਾ ਕਿ ਸਾਨੂੰ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਹੈਗੀ ਆ ਕਿਉਂਕਿ ਬ੍ਰੇਕ ਦਾ ਟਾਈਮ ਹੋ ਗਿਆ ਹੈਗਾ ਆ ਔਰ ਇਹ ਵੀ ਜ਼ਰੂਰੀ ਹੈਗਾ ਆ। ਔਰ ਇਸ ਤੋਂ ਬਾਅਦ ਆਪਾਂ ਇਸੇ ਤਰੀਕੇ ਨਾਲ ਸਵਾਲਾਂ ਦਾ ਜਿਹੜੇ ਵੀਜ਼ੇ ਤੇ ਗੱਲ ਕਰ ਰਹੇ ਉਹਦੇ ਤੇ ਆਪਾਂ ਹੋਰ ਗੱਲ ਕਰਾਂਗੇ। ਪਿਆਰੇ ਦੋਸਤੋ, ਮੈਂ ਨੰਬਰ ਹੁਣੇ ਬੋਲੇ ਸੀਗੇ, ਗੇਹੀ ਐਂਡ ਐਸੋਸੀਏਟਸ ਅਟਰਨੀ ਐਟ ਲਾਅ। ਤੁਸੀਂ ਕਿਸੇ ਤਰ੍ਹਾਂ ਦੀ ਇਮੀਗ੍ਰੇਸ਼ਨ ਦੀ ਤੁਹਾਡੀ ਕੋਈ ਵੀ ਦਿੱਕਤ ਆ, ਕੋਈ ਵੀ ਗੱਲ ਹੈਗੀ ਆ ਤਾਂ ਫ੍ਰੀ ਕੰਸਲਟੇਸ਼ਨ ਹੈਗੀ ਆ, ਤੁਸੀਂ ਕਾਲ ਕਰ ਸਕਦੇ ਹੈਗੇ ਆ। ਤਾਂ ਇੱਥੇ ਆਪਾਂ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਫਿਰ ਆਪਾਂ ਸਵਾਲਾਂ ਦਾ ਸਿਲਸਿਲਾ ਇਸ ਤਰ੍ਹਾਂ ਕਿ ਜਾਰੀ ਰੱਖਾਂਗੇ। ਇਹ ਲਾਈਵ ਸ਼ੋਅ ਹੈਗਾ ਆ ਔਰ ਤੁਸੀਂ ਇਹਦੇ ਵਿੱਚ ਲਿਖੇ ਨੰਬਰ ਜਿਹੜੇ ਆ ਰਹੇ ਹੈਗੇ ਸਕਰੀਨ ਤੇ ਉੱਤੇ ਕਾਲ ਕਰ ਸਕਦੇ ਹੈਗੇ ਆ। ਬ੍ਰੇਕ ਤੋਂ ਬਾਅਦ ਆਪ ਜੀ ਨਿੱਘਾ ਸਵਾਗਤ ਹੈਗਾ ਆ ਔਰ ਅਸੀਂ ਸ਼ੋਅ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੈਗੇ ਆ ਲਾਈਵ ਗੇਹੀ ਐਂਡ ਐਸੋਸੀਏਟਸ ਅਟਰਨੀਜ਼ ਐਟ ਲਾਅ ਤੋਂ। ਔਰ ਸਾਡੇ ਨਾਲ ਟੀਮ ਦੇ ਮੈਂਬਰ ਜੁੜੇ ਹੈਗੇ ਆ ਉਰਵਾ ਔਰ ਸ਼ੀਮਾ ਚੌਧਰੀ। ਉਰਵਾ ਅਹਿਮਦ ਔਰ ਸ਼ੀਮਾ ਚੌਧਰੀ। ਆਪਣੇ ਕੋਲ ਸਮਾਂ ਪਹਿਲਾਂ ਸਾਡਾ ਜਿਹੜਾ ਸੀਗਾ ਪਤਾ ਨਹੀਂ ਲੱਗਾ, ਗੱਲਾਂ ਦੇ ਵਿੱਚ ਜਿਹੜਾ ਕਾਲਰ ਆਇਆ ਸੀਗਾ ਤਾਂ ਥੋੜਾ ਟਾਈਮ ਉਸ ਹਿਸਾਬ ਨਾਲ ਨਿਕਲ ਗਿਆ। ਉਰਵਾ, ਤੁਹਾਡੇ ਲਈ ਇੱਕ ਸਵਾਲ ਹੈਗਾ ਆ ਕਿ ਆਪਾਂ ਗੱਲ ਕੀਤੀ ਸੀਗੀ ਜਿਹੜੇ ਟੂਰਿਸਟ ਵੀਜ਼ੇ ਦੇ ਉੱਤੇ ਕੋਈ ਇੱਥੇ ਬਿਜ਼ਨਸਮੈਨ ਆ ਜਾਂਦੇ ਹੈਗੇ ਆ ਔਰ ਕਈ ਇੱਕ ਹੁੰਦਾ ਕਿ ਉਹ ਫਾਈਨੈਂਸ ਕਰਕੇ ਆਪਣੇ ਵੀਜ਼ੇ ਲਈ ਆਪਣਾ ਕਰਨਾ ਚਾਹੁੰਦੇ ਹੈਗੇ ਆ। What are the requirements for the finance visa? ਜਿਹੜਾ फाइनेंस ਦਾ ਵੀਜ਼ਾ ਹੈਗਾ ਉਹਦੇ ਲਈ ਕੀ ਰਿਕੁਆਇਰਮੈਂਟ ਹੈਗੀਆਂ? आपकी क्या मतलब है कि वो बिजनेस वीजा के लिए, आई मीन वो वीजा के लिए आए हैं, टूरिस्ट वीजा के लिए और बिजनेस की वजह से? या तो एक होता है एक द B2 सॉरी द ये जो बिजनेस के लिए आ रहे हैं they can just get the tourist visa, वो बस tourist visa लेके आ सकते हैं। और एक दूसरा type of visa होता है जो वो यहाँ पे invest करना चाहते हैं, वो एक different type of visa होता है जो काफ़ी complicated है और definitely वकील का ज़रूरत है इसलिए। उस requirements बहुत ज़्यादा चीज़ें चाहिए, like वो ये देखना चाहते हैं कि आपके पास कितने पैसे हैं, आपका business plan क्या है, आप कितना invest कर सकते हैं American business में। तो काफ़ी लाइक बड़ा बिजनेस प्लान होना चाहिए उसमें, जिसकी वजह से आपको डेफिनेटली वकील का ज़रूरत है। और फिर वो दूसरा टाइप वीज़ा जो मैंने पहले बताया था B1 B2, वो तो सिंपल टूरिस्ट वीज़ा होता है जो आप बिजनेस की वजह से आ सकते हो, दैट यू जस्ट वांट टू कोई क्लाइंट से मिलना या ऐसे वगैरह विदाउट इन्वेस्टिंग। तो इन्वेस्टमेंट का वो डिफरेंट वाला होता है। ओके शीमा चौधरी, अगर कोई बंदा ਇੱਥੇ ਓਵਰਸਟੇ ਕਰ ਗਿਆ ਹੈਗਾ ਕੀ ਉਹ ਆਪਣੇ ਸਟੇਟਸ ਦੀ ਐਡਜਸਟਮੈਂਟ ਕਰਵਾ ਸਕਦਾ ਹੈਗਾ?
जी ग्रास लगता है। फॉर एग्जाम्पल मैं एग्जाम्पल देती हूँ, वो कोई ओवरस्टे हो जाए और फिर उसके पास कोई उसको कोई मिल जाए और फिर वो पर्सन यूएस सिटीजन हो, उसके लिए स्पॉन्सर करे ग्रीन कार्ड की एप्लीकेशन, उसने ओवरस्टे किया, ठीक हो फिर ठीक है, जैसे वो बंदा यूएस सिटीजन है। तो उसका सिर्फ यही एक रास्ता है कि वो शादी करवाए यहाँ पे। असाइलम के लिए भी अप्लाई कर सकता है विद इन 1 ईयर कमिंग टू द यूनाइटेड स्टेट्स, असाइलम की भी एप्लीकेशन भर सकता है। तो इसके लिए ज़रूरी है कि वो बंदा जब बंदी आपके पास आए तो फिर आपसे मशवरा ले कि मुझे कौन सा अप्लाई करना चाहिए। अगर तो मान लो प्यार हो गया, शादी हो गई किसी सिटीजन से, फिर तो कोई चक्कर नहीं है। अगर असाइलम का केस है तो उसको अपनी सच्चाई बतानी पड़ेगी कि क्या बात है, क्यों असाइलम पे यहाँ पे उसने ओवरस्टे किया है। तो जी जाते जाते उर्वा अहमद, आप कुछ कहना चाहेंगी जो लोग जहाँ पे वीज़ा अप्लाई करना चाहते हैं, वीज़े के लिए आना चाहिए, कौन सा वीज़ा कैसे अप्लाई करना चाहिए उनको? जी यहाँ पे डिफरेंट टाइप्स ऑफ वीज़ा होते हैं। स्टूडेंट वीज़ा का हो सकता है, फियांसे वीज़ा का भी हो सकता है, जो काफ़ी कॉमन है कि किसी ने बात की थी ऑनलाइन अपने किसी पार्टनर के साथ और वो यहाँ पे उनको लेके आना चाहते हैं इंडिया से, पाकिस्तान से या कहीं भी, वो वाला वीज़ा भी होता है। हमारा समय भी हो गया है मगर फ़ोन भी आ गया, एक फ़ोन ले लेते हैं। हेलो, थोड़ा वेलकम है जी, स्वागत है जस्ट लाइव ते। सत श्री अकाल जी। हाँ जी, सत श्री अकाल जी। हाँ जी, साडा जमाई आ, ओदियां 2 भतीजियां ने, ना तो भतीजियां दे मां रही ना बाप रहा, जी ओनू गोद पा के लिया सकदा है? हाँ जी, ਉਹਦੇ ਲਈ ਤੁਹਾਨੂੰ ਕਾਲ ਕਰਨੀ ਪਊਗੀ। ਤੁਹਾਨੂੰ ਮੈਂ ਨੰਬਰ ਲਿਖਾ ਦੇਣਾ, ਜੇ ਲਿਖ ਸਕਦੇ ਹੈਗੇ ਆ, ਨਹੀਂ ਤਾਂ ਹੋਲਡ ਕਰੋ, ਤੁਹਾਡੇ ਨਾਲ ਬਾਅਦ ਗੱਲ ਕਰ ਲੈਣਾ, ਕੋਈ ਸਮਾਂ ਜਾ ਰਿਹਾ ਹੈਗਾ ਉਹ ਫਿਰ ਤੁਹਾਨੂੰ ਉਹ ਜਿਹੜੀਆਂ ਵਕੀਲ ਬੈਠੀਆਂ ਮੇਰੇ ਨਾਲ ਸਾਹਮਣੇ ਉਹ ਤੁਹਾਨੂੰ ਸਹੀ ਦੱਸ ਸਕਦੀਆਂ, ਕਿਉਂਕਿ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ। ਇਹਦੇ ਲਈ ਤੁਹਾਨੂੰ ਚੰਗੇ ਤਰੀਕੇ ਨਾਲ ਸਮਝਣਾ ਪਊਗਾ ਕਿ ਕਿਸ ਤਰੀਕੇ ਨਾਲ ਉਹ ਕੁੜੀਆਂ ਨੂੰ ਇੱਥੇ ਅਡਾਪਟ ਕਰਕੇ ਲਿਆ ਸਕਦੇ ਹੈਗੇ ਆ। ਅੱਛਾ ਜੀ, ਫਿਰ ਸਾਨੂੰ ਨੰਬਰ ਦੇ ਦਿਓ ਉਹਨਾਂ ਦਾ। हाँ जी ठीक है, ਤੁਸੀਂ ਹੋਲਡ ਰੱਖੋ, ਮੈਂ ਤੁਹਾਨੂੰ ਨੰਬਰ ਦੇ ਦੇਣਾ, ਲਿਖਾ ਦੇਣਾ। ਵੈਸੇ ਨੰਬਰ ਸਕਰੀਨ ਤੇ ਆ ਰਿਹਾ, ਜੇ ਦੇਖ ਲਓ ਤਾਂ 7185770711 ਲਿਖ ਸਕਦੇ ਨੰਬਰ? ਹਾਂਜੀ ਹਾਂਜੀ हाँ जी, ਨੋਟ ਡਾਊਨ ਕਰ ਲਓ। ਠੀਕ ਹੈ, ਥੈਂਕ ਯੂ। ਓਕੇ ਜੀ, ਤੁਸੀਂ ਕਾਲ ਕਰ ਲਓ ਔਰ ਤੁਹਾਨੂੰ ਦੱਸ ਦੇਣਗੇ ਕਿਸ ਤਰੀਕੇ ਨਾਲ। ਠੀਕ ਹੈ ਜੀ, ਓਕੇ ਜੀ, ਠੀਕ ਹੈ, ਥੈਂਕ ਯੂ ਜੀ, ਓਕੇ ਜੀ। सो उर्वा अहमद और शीमा चौधरी, ਤੁਹਾਡਾ ਬਹੁਤ ਬਹੁਤ ਥੈਂਕਸ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਮਾਂ ਕੱਢ ਕੇ ਜਿਹੜੇ ਸਾਡੇ ਕਾਲਰਸ ਹੈਗੇ ਆ ਉਹਨਾਂ ਨਾਲ ਇਨਫੋਰਮੇਸ਼ਨ ਸ਼ੇਅਰ ਕਰਦੇ ਹੈ ਕਿ ਕਿਸ ਤਰੀਕੇ ਨਾਲ ਵੀਜ਼ਾ ਹੋਣਾ ਚਾਹੀਦਾ ਹੈਗਾ। ਅੱਜ ਸਮੇਂ ਦਾ ਪਤਾ ਨਹੀਂ ਲੱਗਾ, ਅਸੀਂ ਕਾਫੀ ਥੋੜਾ ਅੱਗੇ ਵੀ ਨਿਕਲ ਗਏ ਹੈਗੇ ਆ। ਅਗਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਹੋਰ ਕੁਝ ਗੱਲਾਂ ਕਰਾਂਗੇ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ। थैंक यू। ਸੋ ਦੋਸਤੋ, ਅਗਰ ਤੁਹਾਡੇ ਵੀ ਕੋਈ ਸਵਾਲ ਹੋਣ ਤੁਸੀਂ ਕਾਲ ਕਰ ਸਕਦੇ ਹੈਗੇ ਆ। ਗਹੀ ਐਂਡ ਐਸੋਸੀਏਟਸ ਅਟਾਰਨੀਜ਼ ਐਟ ਲਾਅ, ਉਹਨਾਂ ਦੀ ਵੈਬਸਾਈਟ ਵੀ ਹੈਗੀ ਆ। ਵੈਬਸਾਈਟ ਤੇ ਵੀ ਜਾ ਕੇ ਤੁਸੀਂ ਸਾਰਾ ਚੈੱਕ ਕਰ ਸਕਦੇ ਹੈਗੇ ਆ। ਔਰ ਇਮੀਗ੍ਰੇਸ਼ਨ ਦੇ ਵਿੱਚ ਕਦੇ ਵੀ ਆਪਾਂ ਨੂੰ ਝੂਠ ਨਹੀਂ ਬੋਲਣਾ ਚਾਹੀਦਾ। ਆਪਾਂ ਸਟਾਰਟਿੰਗ 'ਚ ਵੀ ਗੱਲ ਕੀਤੀ ਸੀਗੀ, ਤਾਂ ਕਿ ਰਾਹੇ ਬਗਾਹੇ ਕਦੇ ਵੀ, ਕਿਉਂਕਿ ਅੱਜ ਕੱਲ੍ਹ ਤਾਂ ਵੈਸੇ ਤਾਂ ਪਹਿਲਾਂ ਵੀ ਸੀਗਾ ਕਿ ਜਿਹੜੇ ਫਿੰਗਰਪ੍ਰਿੰਟ ਤਾਂ ਕਦੇ ਚੇਂਜ ਹੋ ਨਹੀਂ ਸਕਦੇ। ਸੋ ਜਦੋਂ ਫਿੰਗਰਪ੍ਰਿੰਟ ਹੁੰਦੇ ਉਸ ਵੇਲੇ ਪਤਾ ਲੱਗ ਜਾਂਦਾ ਕਿ ਪਹਿਲਾਂ ਕੁਝ ਕੇਸ ਹੋਰ ਅਪਲਾਈ ਕੀਤਾ ਸੀ, ਬਾਅਦ 'ਚ ਕੁਝ ਹੋਰ ਅਪਲਾਈ ਕੀਤਾ ਸੀਗਾ। ਅਸੀਂ ਆਪਣੇ ਵਕੀਲ ਖੁਦ ਹੀ ਬਣ ਜਾਂਦੇ ਹੈਗੇ ਆ, ਸਾਨੂੰ ਇਹ ਤੋਂ ਬਚਣਾ ਚਾਹੀਦਾ ਹੈਗਾ। ਅਗਲੇ ਹਫਤੇ ਹੋਰ ਸਰਗਰਮੀਆਂ ਜਾਂ ਹੋਰ ਸਵਾਲਾਂ ਦੇ ਨਾਲ ਫੇਰ ਪੇਸ਼ ਹੋਏਗਾ ਦੀਪਕ ਧੀਮਾਨ। ਹੁਣ ਦਿਓ ਇਜਾਜ਼ਤ, ਰੱਬ ਰਾਖਾ।